ओम शांति। ਅੱਜ ਪਿਆਰੇ ਬਾਪ ਦਾਦਾ ਦੇ 14/6/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਅੱਜ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਬਾਪ ਦੇ ਨਾਲ ਤਾਂ ਹੀ ਚੱਲ ਸਕੋਗੇ ਜਦੋਂ ਇਸ ਪੁਰਾਣੀ ਦੁਨੀਆ ਤੋਂ ਬੇਹੱਦ ਦਾ ਵੈਰਾਗ ਹੋਵੇਗਾ। ਪ੍ਰਸ਼ਨ ਹੈ, ਭਗਵਾਨ ਸਮਰੱਥ ਹੁੰਦੇ ਹੋਏ ਵੀ ਉਸ ਦੇ ਰਚੇ ਹੋਏ ਯੱਗ ਵਿੱਚ ਵਿਘਨ ਕਿਉਂ ਪੈਂਦੇ ਹਨ? ਉੱਤਰ ਹੈ, ਕਿਉਂਕਿ ਰਾਵਣ ਭਗਵਾਨ ਤੋਂ ਵੀ ਤਿੱਖਾ ਹੈ। ਜ਼ਰੂਰ ਜਦੋਂ ਉਸ ਦਾ ਰਾਜ ਖੋਇਆ ਜਾਵੇਗਾ ਤਾਂ ਉਹ ਵਿਘਨ ਪਾਵੇਗਾ ਹੀ। ਸ਼ੁਰੂ ਤੋਂ ਲੈ ਕੇ ਡਰਾਮਾ ਅਨੁਸਾਰ ਇਸ ਯੱਗ ਵਿੱਚ ਵਿਘਨ ਪੈਂਦੇ ਹੀ ਆਏ ਹਨ, ਪੈਣੇ ਹੀ ਹਨ। ਅਸੀਂ ਪਤਿਤ ਦੁਨੀਆ ਤੋਂ ਪਾਵਨ ਦੁਨੀਆ ਵਿੱਚ ਪਰਿਵਰਤਨ ਹੋ ਰਹੇ ਹਾਂ ਤਾਂ ਜ਼ਰੂਰ ਪਤਿਤ ਮਨੁੱਖ ਵਿਘਨ ਪਾਉਣਗੇ। ਗੀਤ ਹੈ, ਉਹ ਦੂਰ ਕੇ ਮੁਸਾਫਿਰ हमको भी साथ ले ले। ओम शांति। मिठे मिठे रूहानी ਬੱਚਿਆਂ ਨੇ ਗੀਤ ਦੀ ਲਾਈਨ ਸੁਣੀ। ਜਿਵੇਂ ਵੇਦ ਸ਼ਾਸਤਰ ਆਦਿ ਭਗਤੀ ਮਾਰਗ ਦਾ ਰਸਤਾ ਦੱਸਦੇ ਹਨ, ਇਸੇ ਤਰ੍ਹਾਂ ਗੀਤ ਵਿੱਚ ਵੀ ਥੋੜਾ ਰਸਤਾ ਦੱਸਦੇ ਹਨ। ਉਹ ਤਾਂ ਕੁਝ ਵੀ ਸਮਝਦੇ ਨਹੀਂ। ਸ਼ਾਸਤਰਾਂ ਦੀਆਂ ਕਥਾਵਾਂ ਆਦਿ ਸੁਣਨਾ ਉਹ ਜਿਵੇਂ ਹੈ ਕੰਨ ਰਸ। ਹੁਣ ਬੱਚੇ ਜਾਣਦੇ ਹਨ, ਦੂਰ ਦੇਸ਼ ਦਾ ਮੁਸਾਫਿਰ ਕਿਸ ਨੂੰ ਕਿਹਾ ਜਾਂਦਾ ਹੈ? ਆਤਮਾ ਜਾਣਦੀ ਹੈ, ਅਸੀਂ ਵੀ ਦੂਰ ਦੇ ਮੁਸਾਫਿਰ ਹਾਂ। ਸਾਡਾ ਘਰ ਸ਼ਾਂਤੀ ਧਾਮ ਹੈ। ਮਨੁੱਖ ਇਹਨਾਂ ਗੱਲਾਂ ਨੂੰ ਨਹੀਂ ਸਮਝੇ ਤਾਂ ਮਨਾ ਕੁਝ ਵੀ ਨਹੀਂ ਸਮਝੇ। ਬਾਪ ਨੂੰ ਨਾ ਜਾਣਨ ਦੇ ਕਰਕੇ ਸ੍ਰਿਸ਼ਟੀ ਚੱਕਰ ਨੂੰ ਕੋਈ ਵੀ ਨਹੀਂ ਜਾਣਦੇ। ਇਹ ਆਤਮਾ ਸਮਝਦੀ ਹੈ ਕਿ ਸ਼ਿਵ ਬਾਬਾ ਕਹਿੰਦੇ ਹਨ, ਮੈਂ ਟੈਂਪਰੇਰੀ ਜੀਵ ਆਤਮਾ ਬਣਦਾ ਹਾਂ, ਤੁਸੀਂ ਸਥਾਈ ਜੀਵ ਆਤਮਾ ਹੋ। ਮੈਂ ਸਿਰਫ ਸੰਗਮ ਯੁੱਗ ਤੇ ਹੀ ਟੈਂਪਰੇਰੀ ਜੀਵ ਆਤਮਾ ਹਾਂ, ਸੋ ਵੀ ਤੁਹਾਡੀ ਤਰ੍ਹਾਂ ਨਹੀਂ ਬਣਦਾ। ਮੈਂ ਇਸ ਜੀਵ ਵਿੱਚ ਪ੍ਰਵੇਸ਼ ਕਰਦਾ ਹਾਂ, ਮਨਾ ਬ੍ਰਹਮਾ ਬਾਬਾ ਦੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ, ਆਪਣਾ ਪਰਿਚੈ ਦੇਣ ਦੇ ਲਈ। ਨਹੀਂ ਤਾਂ ਤੁਹਾਨੂੰ ਪਛਾਣ ਕਿਵੇਂ ਮਿਲੇ? ਬਾਪ ਨੇ ਸਮਝਾਇਆ ਹੈ, ਰੂਹਾਨੀ ਬਾਪ ਇੱਕ ਹੀ ਹੈ, ਜਿਸ ਨੂੰ ਸ਼ਿਵ ਬਾਬਾ ਅਥਵਾ ਭਗਵਾਨ ਕਹਿੰਦੇ ਹਨ। ਦੂਸਰਾ ਕੋਈ ਨਹੀਂ ਜਾਣਦੇ। ਇਸ ਵਿੱਚ ਪਵਿੱਤਰਤਾ ਦਾ ਵੀ ਬੰਧਨ ਹੈ। ਵੱਡੇ ਤੇ ਵੱਡਾ ਬੰਧਨ ਹੈ ਆਪਣੇ ਨੂੰ ਆਤਮਾ ਸਮਝਣਾ। ਜਿਸ ਦੂਰ ਦੇ ਮੁਸਾਫਿਰ ਪਤਿਤ ਪਾਵਨ ਨੂੰ ਭਗਤੀ ਮਾਰਗ ਵਿੱਚ ਯਾਦ ਕਰਦੇ ਹੋ, ਉਹ ਰੂਹਾਨੀ ਬਾਪ ਸਮਝਾਉਂਦੇ ਹਨ ਕਿ ਮੈਂ ਸਭ ਨੂੰ ਲੈ ਚੱਲਦਾ ਹਾਂ, ਕਿਸੇ ਨੂੰ ਵੀ ਛੱਡ ਕੇ ਨਹੀਂ ਜਾਵਾਂਗਾ। ਵਾਪਸ ਤਾਂ ਸਾਰਿਆਂ ਨੇ ਜਾਣਾ ਹੀ ਹੈ। ਪਰਲਿਆ ਵੀ ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਹੈ। ਪਰਲਿਆ ਨਹੀਂ ਹੋ ਜਾਂਦੀ ਕਿ ਕੋਈ ਸ੍ਰਿਸ਼ਟੀ ਜਲ ਥਲਮय ਹੋ ਜਾਵੇਗੀ। ਬਾਬਾ ਕਹਿੰਦੇ ਇਸ ਤਰ੍ਹਾਂ ਨਹੀਂ ਹੋਵੇਗਾ। ਭਾਰਤ ਖੰਡ ਤਾਂ ਰਹਿੰਦਾ ਹੀ ਹੈ। ਭਾਰਤ ਖੰਡ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਸਤਯੁਗ ਆਦਿ ਵਿੱਚ ਸਿਰਫ ਭਾਰਤ ਖੰਡ ਹੀ ਰਹਿੰਦਾ ਹੈ। ਕਲਪ ਦੇ ਸੰਗਮ ਯੁੱਗ ਤੇ ਜਦੋਂ ਬਾਪ ਆਉਂਦੇ ਹਨ ਤਾਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਸਥਾਪਨ ਕਰਨਾ ਹੁੰਦਾ ਹੈ। ਬਾਕੀ ਸਾਰੇ ਧਰਮ ਵਿਨਾਸ਼ ਹੋਣੇ ਹਨ। ਤੁਸੀਂ ਵੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਿੱਚ ਮਦਦ ਕਰ ਰਹੇ ਹੋ ਨਾ, ਸਥਾਪਨਾ ਵਿੱਚ। ਤਾਂ ਗੀਤ ਸੁਣਿਆ, ਕਹਿੰਦੇ ਹਨ, ਬਾਬਾ ਸਾਨੂੰ ਵੀ ਨਾਲ ਲੈ ਚੱਲੋ। ਬਾਬਾ ਕਹਿੰਦੇ ਹਨ, ਇਸ ਤਰ੍ਹਾਂ ਦਾ ਕੋਈ ਮੇਰੇ ਨਾਲ ਚੱਲ ਨਹੀਂ ਸਕਦਾ ਜਦੋਂ ਤੱਕ ਪੁਰਾਣੀ ਦੁਨੀਆ ਤੋਂ ਵੈਰਾਗ ਨਾ ਆਵੇ। ਤੁਸੀਂ ਇਹ ਸਭ ਬ੍ਰਹਮਾ ਕੁਮਾਰ ਕੁਮਾਰੀਆਂ ਜਾਣਦੇ ਹੋ
ਕਿ ਅਸੀਂ ਬੇਹੱਦ ਦੇ ਬਾਪ ਤੋਂ ਹੁਣ ਬੇਹੱਦ ਦਾ ਵਰਸਾ ਲੈ ਰਹੇ ਹਾਂ। ਸ਼ਾਸਤਰਾਂ ਵਿੱਚ ਦਿਖਾਉਂਦੇ ਪਾਂਡਵਾਂ ਅਤੇ ਕੌਰਵਾਂ ਨੇ ਖੇਲ ਖੇਲਿਆ, ਰਾਜਾਈ ਦਾਅਵ ਵਿੱਚ ਰੱਖੀ। ਹੁਣ ਰਾਜਾਈ ਨਾ ਕੌਰਵਾਂ ਦੀ ਸੀ ਨਾ ਪਾਂਡਵਾਂ ਦੀ ਹੈ। ਤਾਜ ਆਦਿ ਤਾਂ ਕੁਝ ਵੀ ਨਹੀਂ ਹੈ। ਦਿਖਾਉਂਦੇ ਹਨ ਉਹਨਾਂ ਨੂੰ ਸ਼ਹਿਰ ਤੋਂ ਕੱਢਿਆ ਗਿਆ, ਹਥਿਆਰ ਆਦਿ ਛਿਪਾ ਕੇ ਜਾ ਕੇ ਰੱਖੇ। ਇਹ ਸਾਰੀਆਂ ਬਾਬਾ ਕਹਿੰਦੇ ਦੰਤ ਕਥਾਵਾਂ ਹਨ। ਨਾ ਪਾਂਡਵਾਂ ਦਾ ਰਾਜ ਹੈ, ਨਾ ਕੌਰਵਾਂ ਦਾ ਰਾਜ ਹੈ, ਨਾ ਉਹਨਾਂ ਦੀ ਆਪਸ ਵਿੱਚ ਕੋਈ ਲੜਾਈ ਚੱਲੀ ਹੈ। ਲੜਾਈ ਰਾਜਿਆਵਾਂ ਦੀ ਲੱਗਦੀ ਹੈ। ਇਹ ਤਾਂ ਭਾਈ ਭਾਈ ਹਨ। ਲੜਾਈ ਹੁੰਦੀ ਹੈ ਕੌਰਵਾਂ ਅਤੇ ਯੌਵਨਾਂ ਦੀ, ਮਾਨਾ ਯਾਦਵਾਂ ਦੀ। ਬਾਕੀ ਭਾਈ ਇੱਕ ਦੋ ਨੂੰ ਕਿਵੇਂ ਖਤਮ ਕਰਨਗੇ? ਦਿਖਾਉਂਦੇ ਹਨ ਪਾਂਡਵ ਕੌਰਵ ਲੜੇ, ਬਾਕੀ 5 ਪਾਂਡਵ ਬਚੇ ਅਤੇ ਇੱਕ ਕੁੱਤਾ ਰਿਹਾ। ਇਸ ਤਰ੍ਹਾਂ ਦਿਖਾਇਆ ਜਾਂਦਾ ਹੈ। ਬਾਬਾ ਕਹਿ ਰਹੇ ਉਸ ਦੇ ਲਈ ਵੀ ਕਹਿੰਦੇ ਕਿ ਉਹ ਸਾਰੇ ਪਹਾੜਾਂ 'ਤੇ ਗਲ ਮਰੇ, ਖੇਲ ਹੀ ਖਲਾਸ। ਰਾਜਯੋਗ ਦਾ ਅਰਥ ਤਾਂ ਕੋਈ ਵੀ ਨਹੀਂ ਨਿਕਲਿਆ। ਹੁਣ ਤੁਸੀਂ ਜਾਣਦੇ ਹੋ ਕਿ ਬਾਪ ਕਲਪ ਕਲਪ ਆ ਕੇ ਇੱਕ ਧਰਮ ਦੀ ਸਥਾਪਨਾ ਕਰਦੇ ਹਨ। ਬਾਬਾ ਸਾਨੂੰ ਇਹ ਸਾਰੇ ਰਾਜ ਸਮਝਾ ਰਹੇ ਹਨ ਕਿ ਕੁੱਤਾ ਕੌਣ ਹੈ? ਉਹ ਇੱਕ ਮਾਇਆ ਦਾ ਰੂਪ ਹੈ। ਗਲ ਮਰਨਾ ਮਾਨਾ ਤੇ ਅਭਿਮਾਨ ਤੋਂ ਅਸੀਂ ਗਲ ਮਰਦੇ ਹਾਂ। ਪਰੰਤੂ ਬਾਬਾ ਕਹਿੰਦੇ ਇਸ ਦਾ ਅਰਥ ਤਾਂ ਕੋਈ ਵੀ ਨਹੀਂ ਸਮਝਦੇ। ਉਹਨਾਂ ਨੇ ਇੱਕ ਦੰਤ ਕਥਾਵਾਂ ਬਣਾ ਦਿੱਤੀਆਂ। ਇਸ ਨਾਲ ਕੋਈ ਰਾਜਯੋਗ ਦਾ ਅਰਥ ਨਹੀਂ ਨਿਕਲਦਾ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਬਾਪ ਕਲਪ ਕਲਪ ਆ ਕੇ ਇੱਕ ਧਰਮ ਦੀ ਸਥਾਪਨਾ ਕਰਦੇ ਹਨ। ਬੁਲਾਉਂਦੇ ਵੀ ਹਨ, ਹੇ ਪਤਿਤ ਪਾਵਨ ਬਾਬਾ ਆਓ ਆ ਕੇ ਪਤਿਤ ਤੋਂ ਪਾਵਨ ਬਣਾਓ। ਸਤਯੁਗ ਵਿੱਚ ਸੂਰਿਆਵੰਸ਼ੀ ਰਾਜਧਾਨੀ ਹੀ ਹੁੰਦੀ ਹੈ। ਬ੍ਰਹਮਾ ਦੁਆਰਾ ਵਿਸ਼ਨੂਪੁਰੀ ਦੀ ਸਥਾਪਨਾ ਹੋ ਰਹੀ ਹੈ। ਹੁਣ ਬਾਪ ਆਏ ਹਨ ਤਾਂ ਬਾਬਾ ਦੇ ਡਾਇਰੈਕਸ਼ਨ 'ਤੇ ਚੱਲਣਾ ਹੈ ਨਾ। ਕਮਲ ਪੁਸ਼ਪ ਸਮਾਨ ਪਵਿੱਤਰ ਰਹਿਣਾ ਹੈ। ਕੰਨਿਆਵਾਂ ਨੂੰ ਤਾਂ ਨਹੀਂ ਕਵਾਂਗੇ ਕਿ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਉਹ ਤਾਂ ਹੈ ਹੀ ਪਵਿੱਤਰ। ਕੰਨਿਆਵਾਂ ਤਾਂ ਹੁੰਦੀਆਂ ਹੀ ਪਵਿੱਤਰ ਨੇ। ਇਹ ਗ੍ਰਸਤੀਆਂ ਦੇ ਲਈ ਕਿਹਾ ਜਾਂਦਾ ਹੈ। ਕੁਮਾਰ ਅਤੇ ਕੁਮਾਰੀਆਂ ਨੇ ਤਾਂ ਕੋਈ ਸ਼ਾਦੀ ਕਰਨੀ ਹੀ ਨਹੀਂ ਚਾਹੀਦੀ। ਬਾਬਾ ਕਹਿੰਦੇ ਉਹਨਾਂ ਨੂੰ ਤਾਂ ਸ਼ਾਦੀ ਕਰਨੀ ਨਹੀਂ ਚਾਹੀਦੀ, ਨਹੀਂ ਤਾਂ ਉਹ ਵੀ ਗ੍ਰਸਤੀ ਹੋ ਜਾਣਗੇ। ਕੁਝ ਗੰਧਰਵੀ ਵਿਵਾਹ ਦਾ ਨਾਮ ਵੀ ਹੈ। ਕੰਨਿਆ 'ਤੇ ਜਦੋਂ ਮਾਰ ਪੈਂਦੀ ਹੈ ਤਾਂ ਲਾਚਾਰੀ ਮਾਨਾ ਮਜਬੂਰੀ ਹਾਲਤ ਵਿੱਚ ਗੰਧਰਵੀ ਵਿਵਾਹ ਕਰਾਇਆ ਜਾਂਦਾ ਹੈ। ਅਸਲ ਵਿੱਚ ਮਾਰ ਵੀ ਸਹਿਣ ਕਰਨੀ ਚਾਹੀਦੀ ਹੈ, ਪਰੰਤੂ ਅਦਰ ਕੁਮਾਰੀ ਨਹੀਂ ਬਣਨਾ ਚਾਹੀਦਾ। ਬਾਲ ਬ੍ਰਹਮਚਾਰੀ ਦਾ ਨਾਮ ਬਹੁਤ ਹੁੰਦਾ ਹੈ। ਸ਼ਾਦੀ ਕੀਤੀ ਤਾਂ ਹਾਫ ਪਾਰਟਨਰ ਹੋ ਗਏ। ਕੁਮਾਰਾਂ ਨੂੰ ਵੀ ਕਿਹਾ ਜਾਂਦਾ ਤੁਮ ਪਵਿੱਤਰ ਰਹੋ। ਗ੍ਰਸਤ ਵਿਵਹਾਰ ਵਾਲਿਆਂ ਨੂੰ ਵੀ ਕਿਹਾ ਜਾਂਦਾ ਕਿ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਉਹਨਾਂ ਨੂੰ ਮਿਹਨਤ ਹੁੰਦੀ ਹੈ। ਸ਼ਾਦੀ ਨਾ ਕਰਨ ਨਾਲ ਬੰਧਨ ਨਹੀਂ ਰਹੇਗਾ। ਕੰਨਿਆ ਨੇ ਤਾਂ ਪੜ੍ਹਨਾ ਹੈ ਨਾ, ਅਤੇ ਗਿਆਨ ਵਿੱਚ ਬਹੁਤ ਮਜ਼ਬੂਤ ਰਹਿਣਾ ਹੈ। ਛੋਟੀ ਕੁਮਾਰੀਆਂ ਜੋ ਸਾਗੀਰ ਹਨ ਉਹਨਾਂ ਨੂੰ ਤਾਂ ਅਸੀਂ ਲੈ ਨਹੀਂ ਸਕਦੇ। ਉਹ ਤਾਂ ਕੋਈ ਇੱਕਦਮ ਆਸ਼ਰਮ 'ਚ ਨਹੀਂ ਰਹਿ ਸਕਦੀਆਂ, ਤਾਂ ਉਹ ਆਪਣੇ ਘਰ ਵਿੱਚ ਰਹਿ ਕੇ ਪੜ੍ਹ ਸਕਦੀਆਂ ਹਨ। ਮਾਤ ਪਿਤਾ ਗਿਆਨ ਵਿੱਚ ਆਉਣ ਤਾਂ ਸਾਗੀਰ ਨੂੰ ਲੈ ਸਕਦੇ ਹਨ। ਛੋਟੀਆਂ ਛੋਟੀਆਂ ਕੰਨਿਆਵਾਂ ਵੀ ਮਾਂ ਬਾਪ ਦੇ ਨਾਲ ਆ ਜਾਂਦੀਆਂ। ਇਹ ਤਾਂ ਸਕੂਲ ਦਾ ਸਕੂਲ ਹੈ, ਘਰ ਦਾ ਘਰ ਹੈ ਅਤੇ ਸਤਸੰਗ ਦਾ ਸਤਸੰਗ ਹੈ। ਸਤ ਮਾਨਾ ਇੱਕ ਬਾਪ ਜਿਸ ਦੇ ਲਈ ਕਿਹਾ ਜਾਂਦਾ ਉਹ ਦੂਰ ਦੇ ਮੁਸਾਫਿਰ। ਆਤਮਾ ਗੋਰੀ ਬਣਦੀ ਹੈ। ਬਾਪ ਕਹਿੰਦੇ ਹਨ ਮੈਂ ਮੁਸਾਫਿਰ ਤਾਂ ਸਦਾ ਹੀ ਗੋਰਾ ਹਾਂ। ਤੁਸੀਂ ਆਤਮਾਵਾਂ ਵੀ ਮੁਸਾਫਿਰ ਹੋ, ਇੱਥੇ ਆ ਕੇ ਪਾਰਟ ਵਜਾਉਂਦੇ ਹੋ। ਇਸ ਸ੍ਰਿਸ਼ਟੀ ਚੱਕਰ ਨੂੰ ਕੋਈ ਵੀ ਨਹੀਂ ਜਾਣਦੇ। ਬੇਸ਼ੱਕ ਕੋਈ ਕਿੰਨਾ ਵੀ ਸ਼ਾਸਤਰ ਆਦਿ ਪੜ੍ਹਿਆ ਹੋਵੇ, ਪਰੰਤੂ ਇਹ ਗਿਆਨ ਕੋਈ ਦੇ ਨਹੀਂ ਸਕਦੇ। ਬਾਪ ਸਮਝਾਉਂਦੇ ਹਨ ਮੈਂ ਇਸ ਤਨ ਵਿੱਚ ਆ ਕੇ ਪ੍ਰਵੇਸ਼ ਕਰ ਇਹਨਾਂ ਆਤਮਾਵਾਂ ਨੂੰ ਗਿਆਨ ਦਿੰਦਾ ਹਾਂ। ਉਹ ਤਾਂ ਮਨੁੱਖਾਂ ਨੂੰ ਸ਼ਾਸਤਰਾਂ ਦਾ ਗਿਆਨ ਦਿੰਦੇ ਹਨ।
ਉਹ ਹੋ ਗਏ ਭਗਤ। ਸਦਗਤੀ ਦਾਤਾ ਤਾਂ ਇੱਕ ਹੀ ਹੈ ਨਾ। ਬਾਪ ਕਹਿੰਦੇ ਹਨ, ਆਪਣੇ ਨੂੰ ਆਤਮਾ ਸਮਝ, ਮੈਨੂੰ ਯਾਦ ਕਰੋ। ਕਿਉਂਕਿ ਇਹ ਵੀ ਕੋਈ ਸਮਝਦੇ ਨਹੀਂ, ਕਿਉਂਕਿ ਦੇਹ ਅਭਿਮਾਨ ਬਹੁਤ ਹੈ ਨਾ। 5000 ਸਾਲ ਪਹਿਲਾਂ ਵੀ ਬਾਪ ਨੇ ਸਮਝਾਇਆ ਸੀ ਕਿ ਬੱਚੇ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਮੈਂ ਜਾਣਦਾ ਹਾਂ। ਗੀਤਾ ਵਿੱਚ ਆਟੇ ਵਿੱਚ ਲੂਣ ਮਿਸਲ ਕੁਛ ਹੈ। ਉਹੀ ਹੁਣ ਗੀਤਾ ਐਪੀਸੋਡ, ਉਹੀ ਮਹਾਭਾਰਤ ਲੜਾਈ ਔਰ ਉਹੀ ਮਨਮਨਾ ਭਵ ਮਧਿਆ ਜੀ ਭਵ ਦਾ ਗਿਆਨ ਹੈ। ਮਾਮੇ ਕਮ ਯਾਦ ਕਰੋ, ਲੜਾਈ ਵੀ ਬਰੋਬਰ ਲੱਗੀ ਸੀ। ਪਾਂਡਵਾਂ ਦੀ ਵਿਜੇ ਹੋਈ ਸੀ। ਵਿਜੇ ਮਾਲਾ ਵਿਸ਼ਨੂੰ ਦੀ ਗਾਈ ਹੋਈ ਹੈ। ਸ਼ਾਸਤਰਾਂ ਵਿੱਚ ਦਿਖਾਇਆ ਪਾਂਡਵ ਗਲ ਮਰੇ, ਫਿਰ ਮਾਲਾ ਕਿੱਥੋਂ ਬਣੀ? ਤੁਸੀਂ ਸਮਝਦੇ ਹੋ ਕਿ ਅਸੀਂ ਵਿਸ਼ਨੂੰ ਦੀ ਮਾਲਾ ਬਣਨ ਲਈ ਆਏ ਹਾਂ। ਉੱਪਰ ਵਿੱਚ ਹੈ ਪਤਿਤ ਪਾਵਨ ਬਾਪ, ਉਸ ਦਾ ਯਾਦਗਾਰ ਚਾਹੀਦਾ ਹੈ। ਬਾਬਾ ਕਹਿੰਦੇ, ਹੁਣ ਤੁਸੀਂ ਇਹ ਵੀ ਜਾਣਦੇ ਹੋ ਕਿ ਸਾਡੀ ਚੜ੍ਹਦੀ ਕਲਾ ਹੈ। ਅਸੀਂ ਚਲੇ ਜਾਵਾਂਗੇ ਆਪਣੇ ਸੁਖ ਧਾਮ। ਫਿਰ ਉੱਥੋਂ ਨੀਚੇ ਕਿਵੇਂ ਉਤਰਦੇ ਹਾਂ, 84 ਜਨਮ ਕਿਵੇਂ ਲੈਂਦੇ ਹਾਂ, ਇਹ ਸਾਰਾ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਇਹ ਗਿਆਨ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਸਾਡੇ ਸਾਰੇ ਦੁੱਖ ਦੂਰ ਕਰਨ, ਸ਼ਰਾਪ ਮਟਾਉਣ, ਸੁੱਖ ਦਾ ਵਰਸਾ ਦੇਣ ਲਈ ਬਾਪ ਆਏ ਹਨ। ਰਾਵਣ ਮਾਇਆ ਤਾਂ ਸ਼ਰਾਪ ਦਿੰਦਾ, ਤਾਂ ਹੁਣ ਬਾਪ ਕਹਿੰਦੇ, ਬੱਚੇ, ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਅੱਛਾ, ਮਿੱਠੇ ਮਿੱਠੇ ਸਿੱਕੀ ਲੱਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਗਿਆਨ ਅਤੇ ਯੋਗ ਵਿੱਚ ਮਜ਼ਬੂਤ ਬਣਨਾ ਹੈ। ਅਗਰ ਕੋਈ ਬੰਧਨ ਨਹੀਂ ਹੈ ਤਾਂ ਬੰਧਨਾਂ ਵਿੱਚ ਜਾਣ ਬੁੱਝ ਕੇ ਫਸਣਾ ਨਹੀਂ ਹੈ। ਬਾਲ ਬ੍ਰਹਮਚਾਰੀ ਹੋ ਕੇ ਰਹਿਣਾ ਹੈ। ਦੂਸਰਾ, ਹੁਣ ਸਾਡੀ ਚੜ੍ਹਦੀ ਕਲਾ ਹੈ। ਬਾਬਾ ਸਾਡੇ ਸਾਰੇ ਦੁੱਖ ਦੂਰ ਕਰਨ, ਸ਼ਰਾਪ ਮਟਾਉਣ, ਵਰਸਾ ਦੇਣ ਲਈ ਆਏ ਹਨ। ਬਾਪ ਅਤੇ ਵਰਸੇ ਨੂੰ ਯਾਦ ਕਰਕੇ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਜਾਂਚ ਕਰਨੀ ਹੈ ਕਿ ਸਾਡਾ ਬੁੱਧੀਯੋਗ ਕਿਤੇ ਭਟਕਦਾ ਤਾਂ ਨਹੀਂ ਹੈ। ਵਰਦਾਨ ਹੈ, ਸਵੈਮਾਨ ਵਿੱਚ ਸਥਿਤ ਰਹਿ, ਦੇਹ ਅਭਿਮਾਨ ਨੂੰ ਸਮਾਪਤ ਕਰਨ ਵਾਲੇ ਸਫਲਤਾ ਮੂਰਤ ਭਵ। ਜੋ ਬੱਚੇ ਸਵੈਮਾਨ ਵਿੱਚ ਸਥਿਤ ਰਹਿੰਦੇ ਹਨ, ਉਹੀ ਬਾਪ ਦੇ ਹਰ ਫਰਮਾਨ ਦਾ ਸਹਿਜ ਹੀ ਪਾਲਨ ਕਰ ਸਕਦੇ ਹਨ। ਸਵੈਮਾਨ ਵੱਖ-ਵੱਖ ਪ੍ਰਕਾਰ ਦੇ ਅਭਿਮਾਨ ਨੂੰ ਖਤਮ ਕਰ ਦਿੰਦਾ ਹੈ, ਪਰੰਤੂ ਜਦੋਂ ਸਵੈਮਾਨ ਵਿੱਚ ਸਵੈ ਸ਼ਬਦ ਭੁੱਲ ਜਾਂਦਾ ਹੈ ਅਤੇ ਮਾਨ ਸ਼ਾਨ ਵਿੱਚ ਆ ਜਾਂਦੇ ਹੋ, ਤਾਂ ਇੱਕ ਸ਼ਬਦ ਦੀ ਗਲਤੀ ਨਾਲ ਅਨੇਕ ਗਲਤੀਆਂ ਹੋਣ ਲੱਗਦੀਆਂ ਹਨ। ਇਸ ਲਈ ਮਿਹਨਤ ਜ਼ਿਆਦਾ ਅਤੇ ਪ੍ਰਤੱਖ ਫਲ ਘੱਟ ਮਿਲਦਾ ਹੈ। ਪਰੰਤੂ ਸਦਾ ਸਵੈਮਾਨ ਵਿੱਚ ਸਥਿਤ ਰਹੋ ਤਾਂ ਪੁਰਸ਼ਾਰਥ ਅਤੇ ਸੇਵਾ ਵਿੱਚ ਸਹਿਜ ਹੀ ਸਫਲਤਾ ਮੂਰਤ ਬਣ ਜਾਓਗੇ। ਸਲੋਗਨ ਹੈ, ਤਪੱਸਿਆ ਕਰਨੀ ਹੈ ਤਾਂ ਸਮੇਂ ਨੂੰ ਬਚਾਓ, ਬਹਾਨਾ ਨਹੀਂ ਦਵੋ। ਸਮੇਂ ਨੂੰ ਬਚਾਓ, ਬਹਾਨਾ ਨਹੀਂ ਦਵੋ। ਅੱਛਾ, ਓਮ ਸ਼ਾਂਤੀ।